ਹੈਲੋ ਨਮਸਤੇ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਇਸ YouTube ਚੈਨਲ ਦੇ ਵਿੱਚ। ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਆਇਲਟਸ ਦੀ ਰੀਡਿੰਗ ਦੇ ਰਿਗਾਰਡਿੰਗ ਟਰੂ ਫਾਲਸ ਨੋਟ ਗਿਵਨ ਕਰਨਾ ਸਿਖਾਵਾਂਗਾ ਤੇ ਤੁਹਾਨੂੰ ਕੁਝ ਟਿਪਸ ਐਂਡ ਟ੍ਰਿਕਸ ਵੀ ਦੱਸਾਂਗਾ ਕਿ ਕਿਸ ਤਰ੍ਹਾਂ ਤੁਸੀਂ ਆਇਲਟਸ ਰੀਡਿੰਗ ਸੋਲਵ ਕਰਨੀ ਹੈ। ਤੇ ਫਸਟ ਆਫ ਆਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜਾ ਰੀਡਿੰਗ ਦਾ ਲੈਵਲ ਆਫ ਡਿਫਿਕਲਟੀ ਇਨਕਰੀਜ਼ ਕਰਦਾ ਰਹਿੰਦਾ ਹੈ, ਜਿਵੇਂ ਕਿ ਪੈਸੇਜ 1 ਕੁਆਇਟ ਜਿਹੜਾ ਈਜ਼ੀ ਹੁੰਦਾ ਤੇ ਸੈਕੰਡ ਥੋੜਾ ਜਿਹੜਾ ਮੋਡਰੇਟ ਲੈਵਲ ਦਾ ਹੁੰਦਾ, ਥਰਡ ਜਿਹੜਾ ਕਿ ਥੋੜਾ ਜਿਹਾ ਡਿਫਿਕਲਟ ਹੁੰਦਾ ਐਜ਼ ਕੰਪੇਅਰ ਟੂ ਫਸਟ ਐਂਡ ਸੈਕੰਡ ਨਾਲ। ਤੇ ਮੈਂ ਹਮੇਸ਼ਾ ਤੁਹਾਨੂੰ ਸੁਜੈਸਟ ਇਹੀ ਕਰੂੰਗਾ ਕਿ ਸਾਰਿਆਂ ਤੋਂ ਪਹਿਲਾਂ ਪੈਸੇਜ 1 ਕੀਤਾ ਜਾਵੇ ਜਾਂ ਪੈਸੇਜ 2 ਕੀਤਾ ਜਾਵੇ। ਤੇ ਹਮੇਸ਼ਾ ਜਦੋਂ ਪੈਸੇਜ 1 ਪੜ੍ਹਨਾ ਹੈ ਤਾਂ ਕੁਐਸਚਨ ਉਹਦੇ ਹਮੇਸ਼ਾ ਹੀ ਸਾਰੇ ਕੁਐਸਚਨ ਪੜ੍ਹੇ ਜਾਣ, ਤਾਂ ਕਿ ਆਪਾਂ ਕਈ ਵਾਰੀ ਜਿੱਦਾਂ ਕਿ ਆਪਾਂ ਟਰੂ ਫਾਲਸ ਨੋਟ ਕਿਵੇਂ ਕਰਦੇ ਹਾਂ ਤਾਂ ਇਹਦੇ ਵਿੱਚ ਹੀ ਜਿੱਦਾਂ ਫਿਲਿੰਗ ਦਾ ਬਲੈਂਕਸ ਵੀ ਕਈ ਵਾਰੀ ਆ ਜਾਂਦੇ ਆ। ਤਾਂ ਕਰਕੇ ਜੇਕਰ ਆਪਾਂ ਮਾਈਂਡ ਦੇ ਵਿੱਚ ਰੱਖਾਂਗੇ ਤੇ ਇਹ ਆਪਾਂ ਟਾਈਮ ਸਿਰ ਹੀ ਕਰ ਸਕਾਂਗੇ ਤੇ ਇਸ ਤਰ੍ਹਾਂ ਆਪਣਾ ਟਾਈਮ ਮੈਨੇਜਮੈਂਟ ਕਰ ਸਕਦੇ ਹਾਂ। ਤੇ ਦੂਜੀ ਗੱਲ ਇਹ ਆ, ਟਰੂ ਫਾਲਸ ਨੋਟ ਗਿਵਨ ਦੇ ਵਿੱਚ ਕੁਝ ਕੁ ਵਰਡ ਹੁੰਦੇ ਆ ਜਿਹੜੇ ਸਾਨੂੰ ਲੋਕੇਸ਼ਨ ਤੇ ਲੈ ਕੇ ਜਾਂਦੇ ਆ। ਇਸ ਤੋਂ ਇਲਾਵਾ ਕੁਝ ਵਰਡ ਜਿਹੜੇ ਮੋਸਟ ਇੰਪੋਰਟੈਂਟ ਹੁੰਦੇ ਆ, ਜਿਵੇਂ ਕਿ ਉਹਨਾਂ ਤੇ ਹੀ ਕੁਐਸਚਨ ਸਾਡਾ ਪੂਰਾ ਡਿਪੈਂਡ ਹੁੰਦਾ ਹੈ। ਜਿਵੇਂ ਕਿ ਇੱਕ ਕੁਐਸਚਨ ਲੈ ਲਈਏ ਆਪਾਂ, ਪੋਲਰ ਵੇਅਰ ਸਫਰ ਫਰੋਮ ਵੇਰੀਅਸ ਹੈਲਥ ਪ੍ਰੋਬਲਮਸ। Suffer from various health problems due to the buildup of fat under their skin. Buildup of their fat under their skin। ਜਿਹੜਾ ਪੋਲਰ ਬੇਅਰ ਸਫਰ ਕਰਦਾ ਹੈ ਜੀ ਵੱਖਰੀਆਂ ਹੈਲਥ ਪ੍ਰੋਬਲਮਾਂ ਨੂੰ ਡਿਊ ਟੂ ਦਾ ਬਿਲਡਅਪ ਆਫ ਫੈਟ ਦੇਅਰ ਅੰਦਰ, ਉਹਨਾਂ ਦੀ ਸਕਿਨ ਦੇ ਅੰਦਰ ਜਿਹੜੀ ਕਿ ਫੈਟ ਵਾ ਉਹ ਬਿਲਡਅਪ ਹੋਣ ਦੇ ਕਾਰਨ। ਤੇ ਕੁਐਸਚਨ ਸਾਡੇ ਆ 2-3 ਵਰਡ ਹੋ ਗਏ ਇਹ ਲੋਕੇਸ਼ਨ ਦੇ, ਤੇ ਮੇਨ ਵਾ ਜੇਕਰ ਪੋਲਰ ਬੇਅਰ ਸਫਰ ਕਰਦੇ ਸੀ ਵੇਰੀਅਸ ਵੱਖਰਾ ਤਰ੍ਹਾਂ ਦੀਆਂ ਬਿਮਾਰੀਆਂ ਤੋਂ, ਸਾਡੇ ਜਿਹੜਾ ਕੁਐਸਚਨ ਹੈ ਉਹ ਟਰੂ ਹੋਊਗਾ, ਜੇਕਰ ਨਹੀਂ ਕਰਦੇ ਤਾਂ ਫਾਲਸ ਹੋਊਗਾ, ਜੇਕਰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਹੋਏ ਤਾਂ ਨੋਟ ਕਿਉਂ ਹੋਊਗਾ। ਤੇ ਦੇਖਦੇ ਆਪਾਂ ਆਪਣਾ ਨੈਕਸਟ ਕੁਐਸਚਨ, ਦ ਸਟੱਡੀ ਡਨ ਬਾय ਦ ਲੂਈ ਐਂਡ ਹਿਜ਼ ਕਲੀਗਸ। ਲੂਈ ਐਂਡ ਹਿਜ਼ ਕਲੀਗਸ ਇਹ ਹੋ ਗਿਆ ਆਪਣਾ ਲੋਕੇਸ਼ਨ ਵਾਲਾ, ਲੋਕੇਸ਼ਨ ਲੈ ਕੇ ਜਾਊਗਾ, ਇਹ ਲੋਕੇਸ਼ਨ ਵਰਡ ਹੋ ਗਏ। ਤੇ ਕੰਪੇਅਰ ਕਰਦੇ ਸੀ ਡਿਫਰੈਂਟ ਗਰੁੱਪ ਆਫ ਦਾ ਪੋਲਰਸ ਜੇਕਰ ਸਟੱਡੀ ਕੀਤੀ ਗਈ ਸੀ ਲੂਈ ਐਂਡ ਕਲੀਗ ਤੋਂ ਕੰਪੇਅਰ ਕਰਦੇ ਡਿਫਰੈਂਟ ਗਰੁੱਪਸ ਆਫ ਦਾ ਪੋਲਰ ਵੇਅਰ ਤਾਂ ਟਰੂ ਹੋਊਗਾ, ਜੇਕਰ ਨਹੀਂ ਤਾਂ ਫਾਲਸ ਹੈ, ਜੇਕਰ ਕੋਈ ਇਨਫੋਰਮੇਸ਼ਨ ਦਿੱਤੀ ਹੈ ਤਾਂ ਨੋਟ ਗਿਵਨ। ਤੇ ਇਸੇ ਤਰ੍ਹਾਂ ਹੀ ਸੈਕੰਡ ਕੁਐਸਚਨ, ਦ ਲੂਈ ਐਂਡ ਕਲੀਗਸ ਵਰ ਦਾ ਫਸਟ ਰਿਸਰਚਰ, compare the polar bear and brown bears genetically। लुईस एंड हिज कलीग्स वर द हो गया लुईस एंड कलीग्स फस्ट रिसर्चर सन, ਤਾਂ ਆਪਣੀ ਜਿਹੜਾ ਕੁਐਸਚਨ ਉਹ ਟਰੂ ਹੋਊਗਾ। ਜੇਕਰ ਜੇ ਕੰਪੇਅਰ ਕਰਦੇ ਪੋਲਰ ਬੇਅਰ ਬਰਾਊਨ ਬੇਅਰ ਨੂੰ, ਜੇਕਰ ਨਹੀਂ ਸਨ ਤਾਂ ਫਸਟ ਜਾਂ ਸੈਕੰਡ ਸਨ ਤਾਂ ਫਾਲਸ ਹੋਊਗਾ, ਜੇਕਰ ਕੋਈ ਗੱਲ ਹੀ ਨਹੀਂ ਹੋਈ ਹੈ ਤਾਂ ਨੋਟ ਗਿਵਨ ਹੋਊਗਾ। ਵੱਧਦੇ ਆਪਾਂ ਨੇ ਫੋਰਥ ਕੁਐਸਚਨ ਦੇ ਵਿੱਚ ਅੱਗੇ, if polar bears are able to control their levels of bad cholesterol by the genetic means। यानी polar bears able ਸੀਗੇ ਜਿਹੜੇ control their levels of bad cholesterol by genetic means, ਤਾਂ ਇਹ ਟਰੂ ਹੋਊਗਾ। ਜੇਕਰ ਉਹ ਆਪਣਾ ਬੈਡ ਕੋਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਕਾਬਿਲ ਸੀ ਤਾਂ ਟਰੂ ਹੋਊਗਾ, ਜੇਕਰ ਨਹੀਂ ਸੀਗੇ ਤਾਂ ਫਾਲਸ ਹੋਊਗਾ, ਜੇਕਰ ਗੱਲ ਹੀ ਨਹੀਂ ਹੋਈ ਹੈ ਤਾਂ ਇਹ ਆਪਣਾ ਹੋਊਗਾ ਨੋਟ ਗਿਵਨ। ਤੇ ਨੈਕਸਟ ਦੇਖਦੇ ਹਾਂ ਫਿਫਥ, फीमेल पोलर बेयर, ये अपना लोकेटिंग वर्ड हो गया। आर एबल टू सर्वाइव अबाउट 6 मंथ विदाउट फूड, जेकर वो एबल सीगियां सर्वाइव नू लगभग 6 मंथ दे विदाउट फूड ਤਾਂ ਇਹ ट्रू होगा। जेकर कोई गल ही नहीं हुई है तो नॉट गिवन, जेकर जानी कि नहीं रह सकते फूड के अलावा तो ये फॉल्स होगा। सिक्स्थ क्वेश्चन देखते हैं, इट वाज फाउंड दैट द बोन्स ऑफ द फीमेल्स polar bear were very weak
ਤੇ ਇੱਥੇ ਫੀਮੇਲਸ ਬੋਨਸ ਦੀ ਵੀ ਗੱਲ ਹੋਈ ਹੈ, ਫੀਮੇਲਸ ਦੀ। ਤੇ ਇਹ ਜਿਹੜੇ ਵਰਡ ਹੈ ਸਾਨੂੰ ਇਹ ਸਿਰਫ ਲੋਕੇਸ਼ਨ ਤੇ ਲੈ ਕੇ ਜਾ ਸਕਦੇ ਆ। ਤੇ ਜਿਹੜਾ ਕੁਐਸਚਨ ਡਿਪੈਂਡ ਕਰਦਾ ਹੈ ਉਹ ਇਹ ਆ ਕਿ ਇਹ ਫਾਊਂਡ ਕੀਤਾ ਗਿਆ ਸੀ ਜਿਹੜਾ ਬੋਨਸ ਆ ਜਿਹੜੀਆਂ ਫੀਮੇਲ ਪੋਲਰ ਬੀਅਰ ਦੀਆਂ ਉਹ ਬਹੁਤ ਹੀ ਵੀਕ ਸੀ ਜਦੋਂ ਕਿ ਉਹ ਬਾਹਰ ਆਈਆਂ ਸੀ ਆਪਣੇ ਡੈਂਸ ਦੇ ਵਿੱਚੋਂ ਇਹ ਸਪਰਿੰਗ ਦੇ ਵਿੱਚ। ਜੇਕਰ ਉਹ ਵੀਕ ਸੀਗੀਆਂ ਤਾਂ ਟਰੂ ਆ, ਜੇਕਰ ਨਹੀਂ ਸੀਗੀਆਂ ਤਾਂ ਫਾਲਸ ਆ, ਜੇਕਰ ਉਹ ਕੋਈ ਗੱਲ ਹੀ ਨਹੀਂ ਹੋਈ ਆ ਤਾਂ ਇਹ ਆਪਣਾ ਹੋ ਗਿਆ ਨੋਟ ਗਿਵਨ। ਤੇ ਇਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇੱਥੇ ਕਿ ਫਸਟ ਆਫ ਆਲ ਆਪਾਂ ਆਪਣੇ ਕੁਐਸਚਨ ਨੂੰ ਅੰਡਰਸਟੈਂਡ ਕਰਨੀ ਹੈ ਪੂਰੀ ਪ੍ਰੋਪਰਲੀ। ਜੇਕਰ ਆਪਾਂ ਕੁਐਸਚਨ ਪੂਰੀ ਅੰਡਰਸਟੈਂਡ ਨਹੀਂ ਹੋਊਗੀ ਤਾਂ ਆਪਣਾ ਕੁਐਸਚਨ ਜਿਹੜਾ ਕਿ ਕਦੇ ਵੀ ਗਲਤ ਨਹੀਂ ਹੋਊਗਾ। ਸਪੋਜ਼ ਕਰੋ ਜੇਕਰ ਆਪਾਂ ਕਿਸੇ ਨਦੀ ਦੇ ਵਿੱਚ ਜਾ ਰਹੇ ਹਾਂ ਮੱਛੀ ਫੜਨ ਨੂੰ, ਤੇ ਸਾਡੇ ਕੋਲ ਜਾਲ ਵੀ ਹੈਗਾ, ਸਾਰਾ ਕੁਝ ਹੈਗਾ, ਤੇ ਸਾਨੂੰ ਕੋਈ ਵੀ ਟੈਕਨੀਕ ਨਹੀਂ ਹੈਗੀ ਮੱਛੀ ਫੜਨ ਦੀ, ਤਾਂ ਆਪਾਂ ਕਿਸ ਤਰ੍ਹਾਂ ਫੜ ਸਕਦੇ ਹਾਂ। ਇਸੇ ਹਿਸਾਬ ਨਾਲ ਆਪਾਂ ਪਹਿਲਾਂ ਸਪੋਜ਼ ਕਰੋ ਆ ਕੁਐਸਚਨ ਸਾਡੇ ਹੈਗੇ ਜਾਲ, ਤੇ ਜਿਹੜਾ ਪੈਰਾਗ੍ਰਾਫ ਹੈਗਾ ਆਪਣਾ ਹੈਗਾ ਨਦੀ, ਤੇ ਆਪਾਂ ਮੱਛੀ ਫੜਨ ਵਾਲੇ। ਜੇਕਰ ਸਾਨੂੰ ਕੋਈ ਟੈਕਨੀਕ ਹੀ ਨਹੀਂ ਪਤਾ ਤੇ ਕਿਸ ਤਰ੍ਹਾਂ ਮੱਛੀ ਫੜਨੀ ਹੈ ਤਾਂ ਆਪਾਂ ਕਿਸ ਤਰ੍ਹਾਂ ਫੜ ਸਕਦੇ। ਇਸ ਲਈ ਪਹਿਲਾਂ ਕੁਐਸਚਨ ਨੂੰ ਅੰਡਰਸਟੈਂਡ ਕਰੋ, ਯਾਨੀ ਕਿ ਕਿਤੇ ਕੁਐਸਚਨ ਡਿਪੈਂਡ ਕਰ ਰਿਹਾ ਹੈ। ਤੇ ਕੁਐਸਚਨ ਹਰੇਕ ਹੀ ਇਸ ਤਰ੍ਹਾਂ ਬਣਾਇਆ ਹੁੰਦਾ ਹੈ ਕਿ ਕਿਤੇ ਡਿਪੈਂਡ ਕਰ ਰਿਹਾ ਤੇ ਕਿਹੜੇ ਲੋਕੇਟਿੰਗ ਵਰਡ ਨੇ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਆਪਣਾ ਨੈਕਸਟ 7th ਕੁਐਸਚਨ। ਤੇ ਇੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਇਹ ਰੱਖਿਓ ਕਿ ਆਰਟੀਕਲ ਨਹੀਂ ਪੜ੍ਹਨਾ ਕਦੇ ਵੀ। ਇਹਦੇ ਕਦੇ ਵੀ ਜਿੱਦਾਂ ਕਿ ਹਮੇਸ਼ਾ ਆਪਣੇ ਮਾਈਂਡ ਦੇ ਵਿੱਚ 70 ਤੋਂ 80% ਜਿਹੜਾ ਕੁਐਸਚਨ ਉਹ ਸਮਝਣ ਦੀ ਕੋਸ਼ਿਸ਼ ਕਰਨੀ, ਜ਼ਿਆਦਾ ਤਾਂ ਉੱਦਾਂ ਵੀ ਨਹੀਂ ਸਮਝਣਾ। ਜਿੱਦਾਂ ਕਿ ਪੋਲਰ ਬੀਅਰਸ ਮਕੈਨਿਜ਼ਮ, ਜਿਹੜਾ ਪੋਲਰ ਬੀਅਰਸ ਦਾ ਮਕੈਨਿਜ਼ਮ ਸੀਗਾ ਇਹ ਆਪਣਾ ਹੋ ਗਿਆ ਲੋਕੇਟਿੰਗ ਵਰਡ। ਫॉर ਇਨਕਰੀਜ਼ਿੰਗ ਬੋਨ ਡੈਂਸਿਟੀ ਨੂੰ ਕੁਡ ਵੀ ਆਲਸੋ ਵੀ ਯੂਜ਼ਡ। ਜਿਹੜੀ ਪੋਲਰ ਬੀਅਰ ਮਕੈਨਿਜ਼ਮ ਜਿਹੜਾ ਕਿ ਇਨਕਰੀਜ਼ਿੰਗ ਬੋਨ ਡੈਂਸਿਟੀ ਨੂੰ ਇਨਕਰੀਜ਼ ਕਰਨ ਦੇ ਲਈ ਵੀ ਯੂਜ਼ ਕੀਤਾ ਜਾਵੇਗਾ ਬਾਏ ਦਾ ਪੀਪਲ ਵਨ ਡੇ। ਜੇਕਰ ਉਹ ਕੀਤਾ ਜਾਊਗਾ ਤਾਂ ਟਰੂ ਆ, ਜੇਕਰ ਕੋਈ ਗੱਲ ਹੀ ਨਹੀਂ ਹੋਈ ਹੈ ਕਿ ਹੋਇਆ ਹੈ ਜਾਂ ਨਹੀਂ ਹੋਵੇਗਾ ਤਾਂ ਫਾਲਸ ਆ, ਤੇ ਜੇਕਰ ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦੇ ਆ ਤਾਂ ਇਹ ਨੋਟ ਗਿਵਨ। ਤੇ ਚਲਿਏ ਆਪਾਂ ਤੇ ਇੱਥੇ ਮੈਂ ਤੁਹਾਨੂੰ ਪਹਿਲਾਂ ਇਹ ਇਸ ਕਰਕੇ ਕਰਾਇਆ ਤਾਂ ਕਿ ਇਹ ਤੁਹਾਨੂੰ ਆਦਤ ਪੈ ਜਾਵੇ ਕਿ ਪਹਿਲਾਂ ਕੁਐਸਚਨ ਦੇਖਣਾ ਹੈ ਆਪਾਂ, ਉਹਦੇ ਵਿੱਚ ਕੁਝ ਲੋਕੇਟਿੰਗ ਵਰਡ ਫਾਈਂਡ ਕਰਨੇ ਆ ਤੇ ਕੁਝ ਮੇਨ ਇੰਪੋਰਟੈਂਟ ਵਰਡ ਫਾਈਂਡ ਕਰਨਾ ਜਿੱਤੇ ਪੂਰਾ ਹੀ ਕੁਐਸਚਨ ਡਿਪੈਂਡ ਕਰ ਰਿਹਾ ਹੈ। ਤੇ ਇਸ ਤਰ੍ਹਾਂ ਜੇਕਰ ਤੁਸੀਂ ਕਰੋਗੇ ਤਾਂ ਮੈਂ ਤੁਹਾਨੂੰ 100% ਸ਼ੋਰ ਹਾਂ ਕਿ ਤੁਹਾਡਾ ਕਦੇ ਵੀ ਕੋਈ ਕੁਐਸਚਨ ਗਲਤ ਨਹੀਂ ਹੋਵੇਗਾ। ਤੇ ਦੇਖਦੇ ਹਾਂ ਆਪਾਂ ਫਾਈਂਡ ਕਰਦੇ ਹਾਂ ਆਪਣਾ ਫਸਟ ਕੁਐਸਚਨ। ਪੋਲਰ ਬੀਅਰਸ ਸਫਰ ਫਰਮ ਵੇਰੀਅਸ ਹੈਲਥ ਪ੍ਰੋਬਲਮਸ। Polar bears are being increasingly threatened by the effects of climate change. कोई गल नहीं हुई, but their disappearance could have the far-reaching consequences. They are uniquely adapted to the extreme condition of the Arctic where temperature ਇੱਥੇ ਉਹਦੀ ਕੋਈ ਯੂਨੀਕਨੈਸ ਦੱਸੀ ਹੈ ਕਿ ਉਹ ਐਕਸਟ੍ਰੀਮ ਕੰਡੀਸ਼ਨ ਆਫ ਆਰਕਟਿਕ ਸਰਕਲ ਹੈ ਜਿੱਥੇ ਟੈਂਪਰੇਚਰ ਯਾਨੀ ਕਿ 40 ਡਿਗਰੀ ਤੱਕ ਪਹੁੰਚ ਜਾਂਦਾ, ਉੱਥੇ ਵੀ ਇਹ ਆਪਣੇ ਆਪ ਨੂੰ ਅਡੈਪਟਡ ਕਰ ਲੈਂਦੇ ਆ ਇਸ ਤਰ੍ਹਾਂ ਦੇ ਵੀ ਟੈਂਪਰੇਚਰ ਦੇ ਵਿੱਚ। The one reason for this is that they have up to 11 centimeters of the fat underneath their skin. Humans with comparative levels of adipose tissues would be considered obese and likely to suffer from the diabetes and health disease. Yet the polar bears experience no such consequences. ਤੇ ਇੱਥੇ ਉਹ ਕਹਿ ਰਿਹਾ ਕਿ 11 ਸੈਂਟੀਮੀਟਰ ਜਿਹੜੀ ਕਿ ਫੈਟ ਉਹਨਾਂ ਦੇ ਫੈਟ ਹੁੰਦੀ ਹੈ ਉਹਨਾਂ ਦੀ ਸਕਿਨ ਦੇ ਥੱਲੇ। ਪਰ ਜਿਹੜੀ ਹਿਊਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀ ਕਿ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਡਾਇਬਟੀਜ਼ ਤੇ ਹਾਰਟ ਡਿਜ਼ੀਜ਼ ਦੇ, ਬਲਕਿ ਜਿਹੜੀਆਂ ਇੱਦਾਂ ਦੀਆਂ ਕੋਈ ਵੀ ਬਿਮਾਰੀਆਂ ਉਹ ਪੋਲਰ ਬੀਅਰ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀਆਂ। ਤਾਂ ਉੱਥੇ ਕਹਿ ਰਿਹਾ ਹੈ ਕਿ ਸਟੇਟਮੈਂਟ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਪੋਲਰ ਬੀਅਰ ਨੂੰ ਹੁੰਦੀਆਂ ਕਿਉਂਕਿ ਉਹਨਾਂ ਦੀ ਜਿਹੜੀ ਕਿ ਸਕਿਨ ਦੇ ਵਿੱਚ ਫੈਟ ਬਿਲਡਅਪ ਹੋ ਜਾਂਦੀ ਹੈ, ਤਾਂ ਇਹ ਸਟੇਟਮੈਂਟ ਕੰਟਰਾਡਿਕਟ ਕਰ ਗਈ, ਤਾਂ ਇਹ ਆਪਣਾ ਆਨਸਰ ਆ ਗਿਆ ਫਾਲਸ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਤੇ ਇੱਕ ਇੱਥੇ ਗੱਲ ਦੱਸਣਾ ਚਾਹੂੰਗਾ, ਹਮੇਸ਼ਾ ਤੁਸੀਂ ਆਪਣੇ ਮਾਈਂਡ ਦੇ ਵਿੱਚ 2 ਸਟੇਟਮੈਂਟ ਲੈ ਕੇ ਚੱਲਣੀ ਆ ਤਾਂ ਕਿ ਜੇਕਰ ਆਪਾਂ ਕੋਈ ਵੀ ਸਟੇਟਮੈਂਟ ਲੱਭਦੇ ਹਾਂ, ਜੇਕਰ ਉਹ ਨਹੀਂ ਲੱਭਦੀ ਤਾਂ ਸਪੋਜ਼ ਕਰਿਓ ਆਪਣਾ ਕੁਐਸਚਨ ਜਿਹੜਾ ਹੈ ਉਹ ਨੋਟ ਗਿਵਨ ਹੈ।
ਤੇ ਇਸ ਲਈ ਆਪਾਂ ਦੇਖਦੇ ਹਾਂ ਆਪਣਾ ਸੈਕੰਡ ਕੁਐਸਚਨ, ਦਾ ਸਟੱਡੀ ਡਨ ਬਾय ਲੂਇਸ ਐਂਡ ਹਿਸ ਕਲੀਗਸ ਕੰਪੇਅਰ ਡਿਫਰੈਂਟ ਗਰੁੱਪਸ ਆਫ ਪੋਲਰ ਬੇਅਰਸ। ਜੇਕਰ ਲੂਇਸ ਐਂਡ ਹਿਸ ਕੰਪੇਅਰ ਕਰਦੀ ਡਿਫਰੈਂਟ ਗਰੁੱਪ ਪੋਲਰ ਬੇਅਰਸ ਤਾਂ ਟਰੂ ਆ। ਇਹ 2014 ਸਟੱਡੀ ਬਾय ਦ ਸ਼ਿਪਿੰਗ ਐਂਡ ਲੈਂਡਸੂਟ ਕਲਿੰਗਸ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਇੱਥੇ ਰੀਡਿੰਗ ਦੇ ਵਿੱਚ ਆਪਾਂ ਜਿੱਦਾਂ ਮਰਜ਼ੀ ਪੜ੍ਹ ਲਿਓ, ਕੋਈ ਪ੍ਰੋਬਲਮ ਨਹੀਂ ਹੈ। ਇਹ ਸਾਨੂੰ ਆਪਣੇ ਆਪ ਨੂੰ ਸਮਝਣੀ ਚਾਹੀਦੀ। ਜਿਸ ਤਰ੍ਹਾਂ ਮੈਂ ਪੜ੍ਹਨਾ ਦੇ ਕੰਪੇਅਰਡ ਮੀਨਸ ਦਾ ਲੂਈ ਐਂਡ ਕਲੀਗਸ compared the genetic structure of polar bears with that of their closest relative from a warmer climate, the brown bear। ਉਹ ਕੰਪੇਅਰ ਕਰਦੇ ਜੈਨੇਟਿਕ ਸਟਰਕਚਰ ਆਫ ਪੋਲਰ ਬੇਅਰਸ ਤੇ ਉਹਦੀ ਬਰਾਊਨ ਬੇਅਰਸ ਦੀ। ਪਰ ਇੱਥੇ ਕੀ ਕਹਿ ਰਿਹਾ ਹੈ, ਉਹ ਸਟੱਡੀ ਜਿਹੜੀ ਕੀਤੀ ਗਈ ਸੀ ਲੂਈ ਐਂਡ ਹਿਸ ਕਲੀਗਸ ਕੰਪੇਅਰ ਡਿਫਰੈਂਟ ਗਰੁੱਪਸ, ਯਾਨੀ ਕਿ ਮੇਨ ਵਰਡ ਕੀ ਕਹਿ ਰਿਹਾ ਹੈ, ਡਿਫਰੈਂਟ ਗਰੁੱਪਸ ਦੀ ਕਿ ਕੰਪੇਅਰ ਕਰਦੀ ਸੀ। ਪਰ ਉੱਥੇ ਕਹਿ ਰਿਹਾ ਸੀ ਦੋ ਦੀ, ਸਿਰਫ ਬਰਾਊਨ ਦੀ ਤੇ ਪੋਲਰ ਬੇਅਰ ਬਰਾਊਨ ਬੇਅਰ ਦੀ। ਤੇ ਇਹ ਵੀ ਸਟੇਟਮੈਂਟ ਆਪਣੀ ਕੀ ਹੋ ਗਈ, ਕੌਂਟਰਾਡਿਕਟ, ਇਹ ਵੀ ਫਾਲਸ ਹੋ ਗਿਆ। देखते हैं अपन नेक्स्ट क्वेश्चन। लुई एंड क्लीग्स वर द फर्स्ट रिसर्चर टू कंपेयर पोलर बेयर्स एंड द ब्राउन बेयर्स जेनेटिकली। जेकर फर्स्ट रिसर्चर सी तो ट्रू आ, नहीं सी तो फॉल्स आ। पोलर बेयर्स आर एबल टू कंट्रोल देयर लेवल ऑफ कैल्स्ट्रॉल जेनेटिक में। ये तो छड्डिया सी। This allowed them to determine the genes that have allowed polar bears to survive in all of the toughest environment on the earth। वगैरह ये अलाउड करता है उन्हें determine the genes that they have polar bears to survive in one of the toughest environment on the earth। Louis and his colleagues found the polar bear had a gene known as ABP which reduced the level of low density lipoproteins, a form of bad cholesterol। ਇੱਥੇ ਕੋਈ ਵੀ ਗੱਲ ਨਹੀਂ ਹੋਈ ਕਿ ਲੂਈ ਦੇ ਕਲੀਗਸ ਫਸਟ ਰਿਸਰਚਰ ਸੀ ਜਿਨ੍ਹਾਂ ਨੇ ਫਾਈਂਡ ਕੀਤਾ ਸੀ ਪੋਲਰ ਬੇਅਰ ਤੇ ਬਰਾਊਨ ਨੂੰ। ਇਸ ਕਰਕੇ ਜਿਹੜੀ ਆਪਣੀ ਸਟੇਟਮੈਂਟ ਆ ਉਹ ਕੌਂਟਰਾਡਿਕਟ ਕਰ ਗਈ। ਤੇ ਅੱਗੇ ਹੀ ਉਹ ਕਹਿ ਰਿਹਾ ਹੈ ਕਿ ਜਿਹੜਾ ਲੂਈ ਐਂਡ ਹਿਸ ਕਲੀਗਸ ਫਾਊਂਡ दैट ਪੋਲਰ ਬੇਅਰਸ ਹੈਡ ਏ ਜੀਨ ਨੋਨ ਐਜ਼ ਦਾ ਵਿਚ ਰਿਡਿਊਸ ਦ ਲੈਵਲ ਆਫ ਲੋ ਡੈਂਸਿਟੀ। ਤੇ ਇਹ ਆਪਣਾ ਨੈਕਸਟ ਆਂਸਰ ਹੋਊਗਾ। ਜਿਵੇਂ ਫਸਟ ਰਿਸਰਚਰ ਕੋਈ ਵੀ ਗੱਲ ਨਹੀਂ ਹੋਈ ਫਸਟ ਰਿਸਰਚਰ ਦੀ, ਤਾਂ ਇਹ ਆਪਣਾ ਨੋਟ ਗਿਵਨ ਹੋ ਗਿਆ। ਤੇ ਨੈਕਸਟ ਹੈ ਪੋਲਰ ਬੇਅਰ ਆਰ ਏਬਲ ਟੂ ਕੰਟਰੋਲ देयर ਲੈਵਲ ਆਫ ਬੈਡ ਕੋਲੇਸਟ੍ਰੋਲ, ਕਿ ਕੰਟਰੋਲ ਕਰ ਸਕਦੇ ਸੀ ਬੈਡ ਕੋਲੇਸਟ੍ਰੋਲ ਨੂੰ। ਲੂਈ ਐਂਡ ਹਿਸ ਕਲੀਗਸ ਫਾਊਂਡ दैट ਪੋਲਰ ਬੇਅਰ ਹੈਡ ਏ ਜੀਨ ਨੋਨ ਐਜ਼ ਦਾ ABP ਜੀਨ ਸੀਗੀ ਜਿਹਨੂੰ ਜਿਹੜਾ ਕਿ ਰਿਡਿਊਸ ਕਰਦਾ ਹੈ ਲੈਵਲ ਆਫ ਲੋ ਡੈਂਸਿਟੀ ਲਿਪੋਪ੍ਰੋਟੀਨ, ਇਹ ਫਾਰਮ ਆਫ ਬੈਡ ਕੋਲੇਸਟ੍ਰੋਲ। ਤੇ ਇਹ ਵੀ ਹਾਂ ਰਿਡਿਊਸ ਕਰਦਾ ਸੀ लो ਡੈਂਸਿਟੀ ਲਿਪੋਪ੍ਰੋਟੀਨਸ ਜਿਹੜੀ ਕਿ ਫਾਰਮ ਹੈ ਬੈਡ ਕੋਲੇਸਟ੍ਰੋਲ ਦੀ। ਤੇ ਜਾਣੀ ਕਿ ਇਹ ਵੀ ਹੋ ਗਿਆ ਟਰੂ। Female polar bears are able to survive about 6 months without food। Female polar bears are able to the genome of the polar bears may also provide the female condition and the reduce and cause but an efficient reduce calcium। मैं ये इस करके पढ़ रहे हैं ताकि ਆਪਾਂ ਸਿੱਧਾ स्किप करके ते स्कैन करके फाइंड कर रहे हैं कि फीमेल पोलर बेयर कितने देते हैं। आ गया अपना फीमेल पोलर बेयर्स हाइवर अंडरगो एक्सट्रीम कंडीशन ड्यूरिंग एवरी प्रेगनेंसी। फीमेल पोलर बेयर्स अंडरगो एक्सट्रीम कंडीशन ड्यूरिंग एवरी प्रेगनेंसी। वंस autumn comes around these females will dig maternity dens in the snow and will remain there throughout the winter both there and after the birth of their cubes। This process results in about 6 months of fasting where the females keep themselves and their cubes alive, depleting their calorie reserve। यानी वो कह रहे हैं ਜਿਹੜੇ ਕਿ ਫੀਮੇਲਸ ਉਹ ਆਪਣੀ ਡਿਗਸ ਦੇ ਵਿੱਚ ਲਗਭਗ 6 ਮਹੀਨੇ ਰਹਿੰਦੀਆਂ ਤੇ 6 ਮਹੀਨੇ ਫਾਸਟਿੰਗ ਤੇ ਰਹਿੰਦੀਆਂ ਤੇ ਇਹ 6 ਮਹੀਨੇ ਬਾਅਦ ਹੀ ਨਿਕਲਦੀਆਂ ਆਪਣੀ ਇੱਕ ਜਿਹੜੀ ਮੌਸਮ ਚੇਂਜ ਹੋਣ ਤੋਂ ਬਾਅਦ। ਤਾਂ ਇਹ ਸਟੇਟਮੈਂਟ ਆਪਣੀ ਉਹਨਾਂ ਮੈਚ ਕਰ ਗਈ ਤਾਂ ਇਹ ਹੋ ਗਿਆ true। नंबर 6 देखते हैं। इट वाज फाउंड दैट द बोन्स ऑफ द फीमेल बेयर्स वर वेरी वीक। ਜਿਹੜੇ ਬੋਨਸ ਸੀ ਫੀਮੇਲ ਪੋਲਰ ਬੇਅਰਸ ਦੀਆਂ ਤਾਂ ਵੈਰੀ ਵੀਕ ਸੀ, ਜਦੋਂ ਉਹ ਬਾਹਰ ਨਿਕਲੀਆਂ ਤਾਂ ਸਪਰਿੰਗ ਦੇ ਵਿੱਚ ਤਾਂ ਇਹ ਹੋ ਗਿਆ
ਟਰੂ, ਜੇਕਰ ਨਹੀਂ ਸੀਗੀਆਂ ਵੀਕ ਤਾਂ ਇਹ ਹੋ ਗਿਆ ਫਾਲਸ। ਜੇਕਰ ਕੋਈ ਗੱਲ ਹੀ ਨਹੀਂ ਹੋਈ ਹੈ ਤਾਂ ਇਹ ਨੋਟ ਗਿਵਨ ਹੋ ਗਿਆ। ਛੱਡਿਆ ਕਿੱਥੋਂ ਸੀ ਆਪਾਂ, bad question. In the humans, mutation of the genes and association with the increased risk of heart disease, polar bears may have therefore be an important study motor to understand heart disease in humans. The despite this, their bones remain strong and dense. ਜਾਣੀ ਕਿ ਉਹਨਾਂ ਦੀ ਇਹ ਤੋਂ ਇਲਾਵਾ ਜਿਹੜੀ ਕਿ ਉਹਨਾਂ ਦੀਆਂ ਬੋਨਸ ਗੀਆਂ ਉਹ ਸਟਰੋਂਗ ਐਂਡ ਡੈਂਸ ਗੀਆਂ, ਤਾਂ ਇਹ ਵੀ ਸਟੇਟਮੈਂਟ ਸਾਡੀ ਮੈਚ ਕਰ ਗਈ। ਤਾਂ ਇਹ ਵੀ ਸੌਰੀ ਮਿਸਮੈਚ ਕਰ ਗਈ, ਕਿਉਂਕਿ ਉੱਥੇ ਕਹਿ ਰਿਹਾ ਉਹ ਡੈਂਸ ਤੇ ਸਟਰੋਂਗ ਸੀਗੀਆਂ, ਬਟ ਇੱਥੇ ਕਹਿ ਰਿਹਾ ਉਹ ਵੈਰੀ ਵੀਕ ਸੀਗੀਆਂ, ਤੇ ਇਹ ਸਟੇਟਮੈਂਟ ਕੌਂਟਰਾਡਿਕਟ ਕਰ ਗਈ, ਤਾਂ ਇਹ ਹੋ ਗਿਆ ਫਾਲਸ। ਨੈਕਸਟ ਦੇਖਦੇ ਹਾਂ ਆਪਾਂ ਦਾ ਪੋਲਰ ਬੀਅਰਸ। The polar bear mechanism for increasing bone density could also be used by the people one day. ਜਿਹੜੇ polar bear mechanism for increasing bone density ਨੂੰ increase ਕਰਨ ਦੇ ਲਈ ਵੀ ਯੂਜ਼ ਕੀਤੀ ਜਾਵੇਗੀ ਲੋਕਾਂ ਦੇ ਦੁਆਰਾ ਇੱਕ ਦਿਨ। ਤੇ ਇੱਕ ਕੁਐਸਚਨ ਇੰਪੋਰਟੈਂਟ ਮੈਂ ਦੱਸਦਾ, ਜੇਕਰ ਸਾਨੂੰ ਇੱਥੇ ਫਿਊਚਰ ਦੇ ਵਿੱਚ ਹੀ ਪੁੱਛਿਆ ਤਾਂ ਉੱਥੇ ਵੀ ਫਿਊਚਰ ਦੇ ਵਿੱਚ ਹੀ ਹੋਵੇ ਤਾਂ ਜਿਹੜੀ ਸਟੇਟਮੈਂਟ ਟਰੂ ਹੋਵੇਗੀ। ਜੇਕਰ ਇੱਥੇ ਫਿਊਚਰ ਦੇ ਵਿੱਚ ਪੁੱਛਿਆ ਉੱਥੇ ਪਾਸਟ ਦੇ ਵਿੱਚ ਦਿੱਤਾ ਹੋਵੇ ਤਾਂ ਇਹ ਕੌਂਟਰਾਡਿਕਟ ਕਰੂਗੀ। ਤੇ ਇਹ ਵੀ ਧਿਆਨ ਵਿੱਚ ਰੱਖਣਾ ਕਿ ਸਟੇਟਮੈਂਟ ਸਾਨੂੰ ਕਾਹਦੇ ਵਿੱਚ ਦਿੱਤੀ ਗਈ ਹੈ ਤੇ ਪੈਰਾਗ੍ਰਾਫ ਵਿੱਚ ਕੀ ਦਿੱਤਾ ਗਿਆ ਹੈ। ਤੇ ਚਲੋ ਆਪਾਂ ਕੁਐਸਚਨ ਫਾਈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਈਕੋਲੋਜਿਸਟ ਐਲੰਡਾ ਲੇਮਨਸ ਐਂਡ ਐਲਨ ਗੁਡਨੈਂਟਸ ਫਾਊਂਡ ਦੈਟ, ਤੇ ਮੈਂ ਇਸ ਕਰਕੇ ਪੜ੍ਹ ਰਿਹਾ ਤਾਂ ਕਿ ਕੋਈ ਵੀ ਨਾਉਨ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਚੰਗੀ ਤਰੀਕੇ ਨਾਲ ਪੜ੍ਹਨਾ, ਜਿੱਦਾਂ ਮਰਜ਼ੀ ਪੜ੍ਹ ਲਓ। ਕਿੱਥੇ ਮਕੈਨਿਜ਼ਮ ਦੀ ਗੱਲ ਹੋਈ ਦੀ ਇਨਕਰੀਜ਼ ਦਾ bones and they about 6 months when they finally emerge from the dens with the adults and the immense most of the humans brown bears do not have the capacity and must therefore resort and measure for information in the following spring. If the mechanism हाँ इतने हुई गल, if the जेकर mechanism of the bones remolding in the polar bear can be understood, many bedridden humans and even astronauts could potentially benefit. ਉਹ ਕਹਿ ਰਿਹਾ ਜੇਕਰ ਪੋਲਰਸ ਮੈਕੈਨਿਜ਼ਮ ਬੋਨ ਨੂੰ ਰਿਮੋਲਡ ਕੀਤਾ ਜਾਏ, ਪੋਲਰ ਵੇਅਰਸ ਕੈਨ ਬੀ ਅੰਡਰਸਟੈਂਡ ਮੈਨੀ ਬੈਡ ਰਿਡਨ ਹਿਊਮਨਸ ਐਂਡ ਈਵਨ ਇੱਥੋਂ ਤੱਕ ਕਿ ਐਸਟਰੋਨੌਟ ਕੁਡ ਵੀ ਇਹ ਤੋਂ ਫਾਇਦਾ ਲੈ ਸਕਦੇ ਹਨ, ਤਾਂ ਇਹ ਵੀ ਹੋ ਗਿਆ ਆਪਣਾ ਟਰੂ। ਤੇ ਮੈਂ ਇਹਦੇ ਨਾਲ ਹੀ ਕੁਝ ਇੰਪੋਰਟੈਂਟ ਦੱਸਣਾ ਚਾਹੂੰਗਾ ਕਿ ਕਦੇ ਵੀ ਜਿਹੜੀ ਕਿ ਆਪਣੀ ਸਟੇਟਮੈਂਟ ਆ ਉਹ ਐਜ਼ ਇਟ ਇਜ਼ ਸਾਨੂੰ ਪੈਸੇਜ ਦੇ ਵਿੱਚ ਨਹੀਂ ਮਿਲੂਗੀ। ਜਿੱਦਾਂ ਇੱਥੇ ਪੀਪਲ ਦੀ ਗੱਲ ਹੋਈ ਸੀ ਉੱਥੇ ਐਸਟਰੋਨੌਟ ਵਗੈਰਾ ਦੀ ਗੱਲ ਹੋ ਗਈ ਜਾਂ ਹਿਊਮਨਸ ਦੀ ਗੱਲ ਹੋ ਗਈ, ਤੇ ਇਸ ਤਰ੍ਹਾਂ ਹੀ ਪੈਰਾਫਰੇਜ਼ ਕੀਤਾ ਹੋਊਗਾ ਜਾਂ ਸਿਨੋਨੀਅਮ ਦਿੱਤੇ ਹੋਊਗੇ। ਤੇ ਹਮੇਸ਼ਾ ਹੀ ਧਿਆਨ ਵਿੱਚ ਰੱਖਣਾ ਕਿ ਕਦੇ ਵੀ ਸਟੇਟਮੈਂਟ ਜੇਕਰ ਸਾਨੂੰ ਸਿੱਧੀ ਦਿੱਤੀ ਹੋਈ ਹੈ ਤਾਂ ਉਹ ਰੋਂਗ ਹੀ ਹੋਊਗੀ, ਕਿਉਂਕਿ ਰੀਡਿੰਗ ਦੇ ਵਿੱਚ ਕੋਈ ਵੀ ਸਟੇਟਮੈਂਟ ਡਾਇਰੈਕਟ ਨਹੀਂ ਹੁੰਦੀ, ਜਾਂ ਤਾਂ ਪੈਰਾਫਰੇਜ਼ ਹੋਊਗੀ ਜਾਂ ਫਿਰ ਉਹ ਸਿਨੋਨੀਅਮ ਦਿੱਤੇ ਹੋਊਗੇ। ਤੇ ਇਹ ਸੀ ਅੱਜ ਦੀ ਆਪਣੀ ਵੀਡੀਓ, ਤੇ ਉਮੀਦ ਕਰਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਤੇ ਆਉਣ ਵਾਲੀ ਵੀਡੀਓ ਨੂੰ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਦਿਓ ਐਂਡ ਪ੍ਰੈਸ ਦਾ ਬੈਲ ਆਈਕਨ।